ਅੱਜ ਫਿਰ ਆਪਣੇ ਚੈਨਲ ਦਾ ਸਾਥ ਦੇਣ ਵਾਲੇ ਸਾਥੀਆਂ ਨੂੰ ਬਹੁਤ ਪਿਆਰ। ਅੱਜ ਫਿਰ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਵਾਗਤ ਕਰਦੇ ਹਾਂ। ਦਲੀਲ ਦੀ ਕਹੀ ਜੋਤ ਸੀ ਜੋ ਜਗਣੋਂ ਬੰਦ ਹੋ ਗਈ, ਕਿਹਾ ਦਿਲ ਸੀ ਜੋ ਧੜਕਣੋਂ ਰੁਕ ਗਿਆ। ਐਂਗਲਜ਼ ਦੀ ਮੌਤ ਉੱਤੇ ਲੈਨਨ ਨੇ ਰੂਸੀ ਕਵੀ ਨੇਕਰਾਸੋਵ ਦੀ ਇਹ ਤੁਕ ਵਰਤੀ ਸੀ। ਪੰਜ ਅਗਸਤ 1895 ਨੂੰ ਅੱਜ ਦੇ ਦਿਨ ਮਜ਼ਦੂਰ ਜਮਾਤ ਦੇ ਮਹਾਨ ਆਗੂ ਅਤੇ ਅਧਿਆਪਕ ਫਰੈਡਰਿਕ ਐਂਗਲਜ਼ ਨੇ ਇਸ ਦੁਨੀਆ ਨੂੰ ਸਦੀਵੀ ਅਲਵਿਦਾ ਕਿਹਾ। ਪਰ ਉਹਨਾਂ ਦੀ ਸਿਧਾਂਤਕ ਸਿੱਖਿਆ ਦੁਨੀਆ ਭਰ ਦੇ ਮਿਹਨਤਕਸ਼ ਅਤੇ ਦੱਬੇ ਕੁਚਲੇ ਲੋਕਾਂ ਵਿੱਚ ਸਦਾ ਹੀ ਧੜਕਦੀ ਰਹੇਗੀ। ਸੱਤਾਧਾਰੀ ਜਮਾਤ ਅਤੇ ਸਰਮਾਏਦਾਰਾਂ ਲਈ ਤੂਫਾਨੀ ਖੌਫ ਬਣੀ ਰਹੇਗੀ, ਜਦ ਤੱਕ ਮੁੱਠੀ ਭਰ ਵਿਹਲੜ ਪਰਜੀਵੀਆਂ ਨੂੰ ਸਿਰਾਂ ਤੋਂ ਉਤਾਰ ਕੇ ਮਿਹਨਤਕਸ਼ ਲੋਕ ਧੋਬੀ ਦੇ ਕੱਪੜੇ ਜਿਉਂ ਭੂੰਜੇ ਨਹੀਂ ਪਟਕ ਦਿੰਦੇ। ਕਿਰਤੀ ਲੋਕਾਂ ਦੇ ਇਸ ਮਸੀਹੇ ਦੀ ਤਸਵੀਰ ਕੰਧ ਉੱਤੇ ਉਲੀਕਣ ਦਾ ਮਨ ਬਣਾਇਆ ਹੈ ਪ੍ਰਦੀਪ ਨੇ। ਮਿਹਨਤੀ ਲੋਕਾਂ ਦੇ ਇਸ ਆਗੂ ਬਾਰੇ ਕਹਿਣ ਨੂੰ ਸ਼ਬਦਾਂ ਦਾ ਅਮੁੱਕ ਭੰਡਾਰ ਹੈ, ਪਰ ਵੀਡੀਓ ਦਾ ਸਮਾਂ ਇਜਾਜ਼ਤ ਨਹੀਂ ਦੇਵੇਗਾ, ਸੋ ਫਰੈਡਰਿਕ ਐਂਗਲਜ਼ ਬਾਰੇ ਮੋਟੇ ਵਿਚਾਰ ਹੀ ਸਾਂਝੇ ਕਰਾਂਗੇ ਸਾਥੀਓ। ਐਂਗਲਜ਼ ਮਾਰਕਸਵਾਦ ਜਾਂ ਕਹਿ ਲਓ ਕਿ ਮਜ਼ਦੂਰ ਮੁਕਤੀ ਵਿਗਿਆਨ ਦੇ ਪਿਤਾਮਾ ਕਾਰਲ ਮਾਰਕਸ ਦੇ ਸਾਥੀ ਸਨ। ਦੋਵੇਂ ਕਮਿਊਨਿਸਟ ਮੈਨੀਫੈਸਟੋ ਦੇ ਰਚੇਤਾ ਹਨ। ਮੁੱਢਲੇ ਦੌਰ ਵਿੱਚ ਮਾਰਕਸ ਦਾ ਘਰ ਗੁਜ਼ਾਰਾ ਚਲਾਉਣ ਲਈ ਐਂਗਲਜ਼ ਨੇ ਨੌਕਰੀ ਕੀਤੀ। ਇੱਕ ਅਧਿਐਨਕਾਰ ਸਾਥੀ ਮੁਤਾਬਕ ਐਂਗਲਜ਼ 22 ਭਾਸ਼ਾਵਾਂ ਦੇ ਗਿਆਤਾ ਸਨ, ਪਰ ਮੈਨੂੰ ਜੋ ਲਿਖਤੀ ਹਵਾਲਾ ਮਿਲਿਆ ਹੈ ਉਸ ਮੁਤਾਬਕ 12 ਦੇ ਕਰੀਬ ਭਾਸ਼ਾਵਾਂ ਵਿੱਚ ਲਿਖ ਅਤੇ ਪੜ੍ਹ ਸਕਦੇ ਸਨ ਫਰੈਡਰਿਕ ਐਂਗਲਜ਼, ਅਤੇ 20 ਭਾਸ਼ਾਵਾਂ ਵਿੱਚ ਅਖਬਾਰ ਪੜ੍ਹ ਸਕਦੇ ਸਨ। ਉਨੀਵੀਂ ਸਦੀ ਦੇ ਆਰੰਭਕ ਦਹਾਕੇ ਸਾਰੇ ਯੂਰਪ ਵਿੱਚ ਉਦਯੋਗਿਕ ਕ੍ਰਾਂਤੀ ਵਰੇ ਸਨ, ਜਦੋਂ ਯੂਕੇ ਤੋਂ ਪ੍ਰੇਰਿਤ ਹੋ ਕੇ ਪੱਛਮੀ ਯੂਰਪ ਤੇ ਹੋਰ ਦੇਸ਼ ਅਜਿਹੇ ਕਾਰਖਾਨੇ ਲਾ ਰਹੇ ਸਨ ਜਿਹੜੇ ਕੋਲੇ ਨਾਲ ਚੱਲਣੇ ਸਨ, ਜਿਨ੍ਹਾਂ ਲਈ ਲੋਹਾ, ਕੋਲਾ ਤੇ ਆਵਾਜਾਈ ਦੇ ਸਾਧਨਾਂ ਦੀ ਲੋੜ ਸੀ। ਨਿੱਤ ਦਿਨ ਨਵੀਆਂ ਕਾਢਾਂ ਕੱਢੀਆਂ ਜਾ ਰਹੀਆਂ ਸਨ, ਜਿਨ੍ਹਾਂ ਸਦਕਾ ਉਪਜ ਨੇ ਕਈ ਗੁਣਾ ਵੱਧ ਕੇ ਮਾਲਕਾਂ ਦੇ ਮੁਨਾਫਿਆਂ ਤੇ ਪੂੰਜੀ ਨੂੰ ਕਈ ਗੁਣਾ ਵਧਾ ਦੇਣਾ ਸੀ। ਜਦੋਂ ਕਾਰਖਾਨਿਆਂ ਦੀਆਂ ਬਣੀਆਂ ਚੀਜ਼ਾਂ ਨੂੰ ਵੇਚਣ ਦਾ ਸੰਕਟ ਪੈਦਾ ਹੋਇਆ ਤਾਂ ਯੂਰਪ ਦੇ ਹਿੰਮਤੀ ਵਪਾਰੀਆਂ ਨੇ ਬਾਹਰਲੇ ਦੇਸ਼ਾਂ ਦੀਆਂ ਮੰਡੀਆਂ ਦੀ ਤਲਾਸ਼ ਆਰੰਭ ਦਿੱਤੀ ਤੇ ਨਾਲ ਦੀ ਨਾਲ ਕੱਚਾ ਮਾਲ ਲੱਭਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਇਸੇ ਦੀ ਤਲਾਸ਼ ਦਾ ਸਿੱਟਾ ਬਸਤੀਵਾਦੀ ਪ੍ਰਬੰਧ ਸੀ। ਇਹ ਸਮਾਜਿਕ ਪ੍ਰਕਿਰਿਆ ਯੂਰਪ ਵਿੱਚ ਪਹਿਲਾਂ ਆਰੰਭ ਹੋਈ, ਕਿਉਂਕਿ ਇਹਨਾਂ ਦੇਸ਼ਾਂ ਵਿੱਚ ਜੀਵਨ ਹਾਲਤਾਂ ਬੜੀਆਂ ਕਠਿਨ ਸਨ ਤੇ ਕੁਦਰਤੀ ਸੋਮਿਆਂ ਦੀ ਘਾਟ ਸੀ। ਕਾਰਖਾਨਿਆਂ ਅਥਵਾ ਮਸ਼ੀਨਾਂ ਦੀ ਕਾਢ ਸਭ ਤੋਂ ਪਹਿਲਾਂ ਇੰਗਲੈਂਡ ਵਿੱਚ ਆਰੰਭ ਹੋਈ, ਫਿਰ ਹੌਲੀ ਯੂਰਪ ਦੇ ਹੋਰਨਾਂ ਨਾਲ ਲੱਗਦੇ ਦੇਸ਼ਾਂ ਵਿੱਚ ਪ੍ਰਚਲਿਤ ਹੋਈ। ਇੰਗਲੈਂਡ ਤੋਂ ਪਿੱਛੋਂ ਜਰਮਨੀ ਦੂਸਰਾ ਦੇਸ਼ ਸੀ ਜਿੱਥੇ ਕਾਰਖਾਨੇ ਸਥਾਪਿਤ ਹੋਣ ਲੱਗੇ। ਇਸ ਪਰਿਵਰਤਨ ਨੂੰ ਵਿਦਵਾਨਾਂ ਨੇ ਉਦਯੋਗਿਕ ਕ੍ਰਾਂਤੀ ਦਾ ਨਾਂ ਦਿੱਤਾ ਸੀ। ਫਰੈਡਰਿਕ ਐਂਗਲਜ਼ ਦਾ ਜਨਮ ਨਵੰਬਰ 28, 1820 ਨੂੰ ਬਾਰਮੈਨ ਵਿੱਚ ਇੱਕ ਕੱਪੜੇ ਦੇ ਕਾਰਖਾਨੇ ਦੇ ਮਾਲਕ ਦੇ ਘਰ ਹੋਇਆ। ਇਹ ਸਥਾਨ ਪਰਸ਼ੀਆ ਦੇ ਰਹੀਨ ਪ੍ਰਾਂਤ ਵਿੱਚ ਹੈ।
ਜੋ ਪਿੱਛੋਂ ਜਾ ਕੇ ਜਰਮਨੀ ਦਾ ਹਿੱਸਾ ਬਣ ਗਿਆ। ਇਹ ਇਲਾਕਾ ਉਦਯੋਗਿਕ ਤੌਰ 'ਤੇ ਜਰਮਨੀ ਦਾ ਸਭ ਤੋਂ ਵਿਕਸਿਤ ਸੀ। ਬੜਾ ਚਾਅ ਸੀ ਉਸਦੇ ਪਿਤਾ ਨੂੰ ਕਿ ਮੇਰੀਆਂ ਮਿੱਲਾਂ ਦਾ ਵਾਰਸ ਪੈਦਾ ਹੋਇਆ ਹੈ, ਜੋ ਵੱਡਾ ਹੋ ਕੇ ਇਸ ਕਾਰਜ ਨੂੰ ਸੰਭਾਲੇਗਾ ਤੇ ਨਾਲ ਹੀ ਵਿਕਸਿਤ ਕਰੇਗਾ। ਇਹ ਆਸਾਂ ਤਾਂ ਹਰ ਅਮੀਰ ਵਿਅਕਤੀ ਨੂੰ ਹੁੰਦੀਆਂ ਹਨ, ਪਰ ਕਿਸੇ ਨੂੰ ਇਸ ਹਕੀਕਤ ਦਾ ਅਨੁਮਾਨ ਨਹੀਂ ਹੁੰਦਾ ਕਿ ਇਸ ਨਵ ਜਨਮੇ ਬਾਲਕ ਨੇ ਵੱਡਾ ਹੋ ਕੇ ਕਿਹੜਾ ਰਾਹ ਤੇ ਕਿਹੜਾ ਮਾਰਗ ਅਪਣਾਉਣਾ ਹੈ। ਜਿੰਨਾ ਚਿਰ ਉਸਦਾ ਪਿਤਾ ਜਿਉਂਦਾ ਰਿਹਾ, ਉਹ ਕਾਰਲ ਮਾਰਕਸ ਨੂੰ ਮੰਦਾ ਚੰਗਾ ਬੋਲਦਾ ਰਿਹਾ ਤੇ ਆਖਦਾ, ਮੇਰੇ ਮੁੰਡੇ ਨੂੰ ਉਸਨੇ ਕੁਰਾਹੇ ਪਾ ਦਿੱਤਾ ਹੈ। (1844) ਵਿੱਚ ਐਂਗਲਜ਼ ਦਾ ਕਾਰਲ ਮਾਰਕਸ ਨਾਲ ਸੰਪਰਕ ਹੋਇਆ। ਪੈਰਿਸ ਵਿੱਚ ਉਸ ਨਾਲ ਪਹਿਲੀ ਮੁਲਾਕਾਤ ਹੋਈ। ਕਾਰਲ ਮਾਰਕਸ ਦੀ ਮੌਤ ਤੋਂ ਬਾਅਦ ਇਹ ਐਂਗਲਜ਼ ਹੀ ਸਨ ਜਿਨ੍ਹਾਂ ਨੇ 10 ਸਾਲ ਲਾ ਕੇ ਪੂੰਜੀ ਗ੍ਰੰਥ ਦੀ ਦੂਸਰੀ ਤੇ ਤੀਸਰੀ ਜਿਲਦ ਮੁਕੰਮਲ ਕੀਤੀ ਸੀ। ਪੂੰਜੀ ਦੀ ਪਹਿਲੀ ਜਿਲਦ ਤਿਆਰ ਹੋਣ ਦੇ ਲਾਗੇ ਪਹੁੰਚ ਚੁੱਕੀ ਸੀ, ਪਰ ਇਸ ਦੇ ਰਾਹ ਵਿੱਚ ਆਈਆਂ ਔਕੜਾਂ ਉੱਤੇ ਕਾਬੂ ਪਾਉਣਾ ਵੀ ਆਸਾਨ ਨਹੀਂ ਸੀ। ਕਠਿਨ ਮਿਹਨਤ ਅਤੇ ਅਧਿਐਨ ਕਾਰਨ ਕਾਰਲ ਮਾਰਕਸ ਦੀ ਸਿਹਤ ਖਰਾਬ ਰਹਿਣ ਲੱਗ ਪਈ ਸੀ ਤੇ ਪਰਿਵਾਰ ਲਈ ਚਿੰਤਾ ਦਾ ਕਾਰਨ ਬਣੀ ਹੋਈ ਸੀ। ਪਰਿਵਾਰ ਮਾਇਕ ਤੰਗੀ ਦਾ ਸ਼ਿਕਾਰ ਰਹਿੰਦਾ ਸੀ। ਕੇਵਲ ਇੱਕ ਹੀ ਸਾਧਨ ਸੀ ਜਿਸ ਨਾਲ ਘਰ ਦਾ ਖਰਚਾ ਚੱਲ ਰਿਹਾ ਸੀ, ਅਤੇ ਉਹ ਸੀ ਸਹਾਇਤਾ ਜੋ ਐਂਗਲਜ਼ ਭੇਜਦੇ ਸਨ। ਪਰ ਇਹ ਸਹਾਇਤਾ ਕਾਫੀ ਨਹੀਂ ਸੀ। ਮਾਰਕਸ ਦਾ ਪਰਿਵਾਰ ਵੱਡਾ ਸੀ ਤੇ ਬੱਚੇ ਜਵਾਨ ਹੋ ਰਹੇ ਸਨ। ਉਹਨਾਂ ਦੀਆਂ ਨਿੱਤ ਪ੍ਰਤੀ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ ਸਨ। ਕਾਰਲ ਮਾਰਕਸ ਦੀ ਮੌਤ ਪਿੱਛੋਂ ਜਰਮਨੀ ਵਾਲੇ ਐਂਗਲਜ਼ ਦੇ ਸਾਥੀਆਂ ਮਿੱਤਰਾਂ ਨੇ ਜ਼ੋਰ ਪਾਇਆ ਕਿ ਉਹ ਲੰਡਨ ਛੱਡ ਕੇ ਜਰਮਨੀ ਆ ਟਿਕੇ। ਅਮਰੀਕਾ ਵਾਲੇ ਮਿੱਤਰ ਉੱਥੇ ਆ ਜਾਣ ਲਈ ਜ਼ੋਰ ਪਾਉਂਦੇ। ਸਾਰੇ ਪੱਖ ਸੋਚ ਕੇ ਐਂਗਲਜ਼ ਨੇ ਆਖਿਆ, ਜਰਮਨੀ, ਸਵਿਟਜ਼ਰਲੈਂਡ ਜਾਂ ਕਿਤੇ ਹੋਰ ਥਾਂ ਯੂਰਪ ਵਿੱਚ ਜਾਣ ਦੇ ਸਵਾਲ ਦਾ ਉੱਤਰ ਇਹ ਤੱਥ ਹੈ ਕਿ ਕਿਸੇ ਉਸ ਦੇਸ਼ ਵਿੱਚ ਜਾਣ ਤੋਂ ਇਨਕਾਰੀ ਹਾਂ ਜਿੱਥੋਂ ਕਿ ਮੈਨੂੰ ਕੱਢੇ ਜਾਣ ਦੀ ਸੰਭਾਵਨਾ ਹੋਵੇ। ਇਹਨਾਂ ਦਿਨਾਂ ਵਿੱਚ ਕਾਰਲ ਮਾਰਕਸ ਦੀ ਲੜਕੀ ਇਲੋਨੋਰ ਅਤੇ ਮਾਰਕਸ ਦੇ ਘਰ ਦੀ ਮੁੱਖ ਨਿਗਰਾਨ ਹੈਲੀਨ ਡੀਮੁਖ ਐਂਗਲਜ਼ ਦੇ ਘਰ ਨੂੰ ਸੰਭਾਲ ਤੇ ਚਲਾ ਰਹੀਆਂ ਸਨ। ਉਹਨਾਂ ਦੋਵਾਂ ਦੀ ਸਹਾਇਤਾ ਨਾਲ ਕਾਗਜ਼ਾਂ ਦੀ ਛਾਂਟੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਉਹਨਾਂ ਤਿੰਨਾਂ ਨੇ ਕਈ ਹਫ਼ਤੇ ਲਾ ਕੇ ਕਾਗਜ਼ਾਂ, ਖਰੜਿਆਂ, ਕਿਤਾਬਾਂ ਅਤੇ ਲਿਖਤਾਂ ਦੇ ਟੇਢੇ ਕੰਮ ਨੂੰ ਸਿਰੇ ਚਾੜ੍ਹਿਆ। ਛਾਂਟੀ ਪਿੱਛੋਂ ਅੱਧੇ ਟਨ ਦੇ ਕਰੀਬ ਅਖਬਾਰਾਂ ਤੇ ਫਾਲਤੂ ਕਾਗਜ਼ਾਂ ਦੀ ਛਾਂਟੀ ਕੀਤੀ ਗਈ। ਇਸ ਕਾਰਜ ਵਿੱਚ ਆਸ ਤੋਂ ਵੱਧ ਸਮਾਂ ਲੱਗ ਗਿਆ। ਛਾਂਟੀ ਪਿੱਛੋਂ 6 ਵੱਡੇ ਟਰੰਕਾਂ ਵਿੱਚ ਜ਼ਰੂਰੀ ਕਾਗਜ਼ ਸੰਭਾਲੇ ਗਏ। ਮਾਰਕਸ ਦੀਆਂ ਕਈ ਪੁਸਤਕਾਂ ਦੇ ਪੰਨਿਆਂ ਉੱਤੇ ਕਈ ਜ਼ਰੂਰੀ ਟਿੱਪਣੀਆਂ ਦਰਜ ਸਨ। ਬਹੁਤੀਆਂ ਗੈਰ ਸੰਬੰਧਿਤ ਪੁਸਤਕਾਂ ਮਾਰਕਸ ਦੀ ਲੜਕੀ ਨੂੰ ਸੌਂਪ ਦਿੱਤੀਆਂ ਗਈਆਂ। ਬਾਕੀ ਦੀਆਂ ਲੋੜੀਂਦੀਆਂ ਲਿਖਤਾਂ ਅਤੇ ਪੁਸਤਕਾਂ ਐਂਗਲਜ਼ ਨੇ ਸੰਭਾਲ ਲਈਆਂ। ਅਖੀਰ ਸਾਰੀ ਛਾਂਟੀ ਕਰਨ ਤੋਂ ਬਾਅਦ ਮਾਰਕਸ ਵਾਲਾ ਘਰ ਖਾਲੀ ਕਰਕੇ ਕੁੰਜੀਆਂ ਮਾਲਕ ਮਕਾਨ ਨੂੰ ਸੌਂਪ ਦਿੱਤੀਆਂ ਗਈਆਂ। ਸਾਰੀ ਛਾਂਟੀ ਤੋਂ ਪਿੱਛੋਂ ਹੁਣ ਇੱਕ ਸਹਾਇਕ ਦੀ ਮਦਦ ਨਾਲ ਪੂੰਜੀ ਦੀ ਦੂਸਰੀ ਜਿਲਦ ਦੀ ਤਿਆਰੀ ਦਾ ਕੰਮ ਸਿਲਸਿਲੇਵਾਰ ਤੇ ਗੰਭੀਰਤਾ ਨਾਲ ਆਰੰਭ ਹੁੰਦਾ ਹੈ। ਪਰ ਕੰਮ ਸ਼ੁਰੂ ਕਰਨ ਬਾਅਦ ਐਂਗਲਜ਼ ਨੇ ਅਨੁਭਵ ਕੀਤਾ ਕਿ ਦੂਸਰੀ ਜਿਲਦ ਦੀ ਤਿਆਰੀ ਦਾ ਬੜਾ ਘੱਟ ਕੰਮ
ਮਾਰਕਸ ਕਰ ਸਕਿਆ ਸੀ। ਆਪਣੇ ਸਾਥੀ ਅਗਸਤ ਬੇਬਲ ਨੂੰ ਇਸ ਬਾਰੇ ਖਤ ਲਿਖਦੇ ਹੋਏ ਐਂਗਲਜ਼ ਨੇ ਆਖਿਆ, ਤੁਸੀਂ ਪੁੱਛਦੇ ਹੋ ਕਿ ਇਹ ਸਾਰਾ ਕੁਝ ਕਿਵੇਂ ਹੋਇਆ ਅਤੇ ਮੈਨੂੰ ਕਿਵੇਂ ਹਨੇਰੇ ਵਿੱਚ ਰੱਖਿਆ ਗਿਆ, ਕਿ ਕੰਮ ਕਿੰਨਾ ਕੁ ਮੁਕੰਮਲ ਹੋਇਆ ਸੀ। ਜੇ ਮੈਨੂੰ ਪਤਾ ਹੁੰਦਾ ਮੈਂ ਉਸ ਨੂੰ ਆਰਾਮ ਨਾਲ ਨਹੀਂ ਬੈਠਣ ਦੇਣਾ ਸੀ ਅਤੇ ਦਿਨ ਰਾਤ ਲਾ ਕੇ ਇਹ ਕੰਮ ਮੁਕੰਮਲ ਕਰਾ ਕੇ ਛੁਪਾ ਦੇਣਾ ਸੀ। ਹੁਣ ਇਹ ਕਠਿਨ ਕਾਰਜ ਐਂਗਲਜ਼ ਦੇ ਮੋਢਿਆਂ ਉੱਤੇ ਆ ਪਿਆ ਸੀ ਅਤੇ ਉਸ ਨੇ ਇਸ ਨੂੰ ਤਨਦੇਹੀ ਅਤੇ ਲਗਨ ਨਾਲ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਨੂੰ ਪਹਿਲੀ ਜਿਲਦ ਮੁਕੰਮਲ ਕਰਨ ਵਿੱਚ 1.5 ਸਾਲ ਦਾ ਸਮਾਂ ਲੱਗ ਗਿਆ। ਲੋੜੋਂ ਵੱਧ ਸਮੇਂ ਲਈ ਲਗਾਤਾਰ ਕੰਮ ਕਰਦਿਆਂ ਉਸ ਨੂੰ ਹਰਨੀਆਂ ਦੀ ਤਕਲੀਫ ਦੁਬਾਰਾ ਤੰਗ ਕਰਨ ਲੱਗੀ। ਅਖੀਰ 1885 ਫਰਵਰੀ ਵਿੱਚ ਪੂੰਜੀ ਦੀ ਦੂਸਰੀ ਜਿਲਦ ਤਿਆਰ ਹੋ ਗਈ ਅਤੇ ਜੁਲਾਈ ਮਹੀਨੇ ਵਿੱਚ ਇਹ ਛਪ ਕੇ ਬਾਹਰ ਆ ਗਈ। ਐਂਗਲਜ਼ ਨੂੰ ਕੰਮ ਤੇ ਸੰਪੂਰਨ ਹੋਣ ਦੀ ਤਸੱਲੀ ਸੀ। ਉਸਦੇ ਗੂੜ੍ਹੇ ਮਿੱਤਰ ਤੇ ਸਾਥੀ ਦਾ ਕੰਮ ਸਿਰੇ ਚੜ੍ਹ ਗਿਆ ਸੀ। ਪਰ ਇਸ ਦੂਸਰੀ ਜਿਲਦ ਦੇ ਛਪਣ ਨਾਲ ਐਂਗਲਜ਼ ਨੇ ਆਪਣੇ ਕੰਮ ਨੂੰ ਰੋਕਿਆ ਨਹੀਂ। ਉਹਨਾਂ ਨੇ ਲੱਗਦੇ ਹੱਥ ਤੀਸਰੀ ਜਿਲਦ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਰ ਇਸ ਜਿਲਦ ਦੀ ਤਿਆਰੀ ਵਿੱਚ ਕਈ ਔਕੜਾਂ ਸਨ। ਭਾਵੇਂ ਉਸਨੇ ਆਪਣੇ ਦੋਸਤਾਂ ਨੂੰ ਕਿਹਾ ਸੀ ਕਿ ਇਹ ਕੰਮ ਕੇਵਲ ਕੁਝ ਮਹੀਨਿਆਂ ਦਾ ਹੀ ਹੈ, ਪਰ ਇਹ ਇੱਕ ਭੁਲੇਖਾ ਹੀ ਸੀ। ਉਸ ਨੂੰ ਇਸ ਕੰਮ ਉੱਤੇ 9 ਸਾਲ ਲੱਗ ਗਏ। ਕਾਰਲ ਮਾਰਕਸ ਬਾਰੇ ਸੋਚਦਿਆਂ ਉਹ ਹੈਰਾਨ ਹੋ ਜਾਂਦੇ। ਉਹਨਾਂ ਨੂੰ ਇਹ ਗੱਲ ਸਮਝ ਨਾ ਆਉਂਦੀ ਤੇ ਉਹਨਾਂ ਮਾਰਕਸ ਦੀ ਧੀ ਲਾਰਾ ਨੂੰ ਆਖਿਆ, ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਕਿਵੇਂ ਇੱਕ ਆਦਮੀ ਜਿਸ ਨੇ ਇੰਨੀਆਂ ਮਹਾਨ ਖੋਜਾਂ ਕੀਤੀਆਂ ਹਨ ਅਤੇ ਜਿਸ ਦੇ ਦਿਮਾਗ ਵਿੱਚ ਇੰਨੀ ਵਿਸਥਾਰਮਈ ਅਤੇ ਮੁਕੰਮਲ ਸਿਧਾਂਤਕ ਕ੍ਰਾਂਤੀ ਭਰੀ ਹੋਈ ਸੀ, ਕਿਵੇਂ ਉਸਨੇ ਇਸ ਨੂੰ 20 ਸਾਲ ਆਪਣੇ ਦਿਮਾਗ ਵਿੱਚ ਸਾਂਭੀ ਰੱਖਿਆ। 1888 ਦੀ ਪਤਝੜ ਦੇ ਅੰਤ ਤੀਕ ਐਂਗਲਜ਼ ਨੇ ਪੂੰਜੀ ਦੀ ਤੀਸਰੀ ਜਿਲਦ ਦਾ ਖਰੜਾ ਤਿਆਰ ਕਰ ਲਿਆ ਸੀ, ਪਰ ਅਜੇ ਇਸ ਕਾਪੀ ਨੂੰ ਸੋਧ ਸੰਵਾਰ ਕੇ ਪ੍ਰੈਸ ਕਾਪੀ ਤਿਆਰ ਕਰਨ ਦੀ ਲੋੜ ਸੀ। ਅਖੀਰ 1893 ਦੇ ਅੰਤ ਤੀਕ ਉਹ ਅਸਲੀ ਖਰੜੇ ਦੇ ਹਿੱਸੇ ਵਾਰੋ-ਵਾਰੀ ਛਾਪਣ ਲਈ ਪ੍ਰੈਸ ਨੂੰ ਭੇਜਣ ਲੱਗ ਪਏ ਸਨ ਅਤੇ ਮਈ 1894 ਵਿੱਚ ਖਰੜੇ ਦੀ ਅੰਤਿਮ ਕਿਸ਼ਤ ਤਿਆਰ ਹੋ ਗਈ। ਲੈਨਨ ਦੇ ਸ਼ਬਦਾਂ ਵਿੱਚ, ਆਪਣੇ ਮਿੱਤਰ ਮਾਰਕਸ ਲਈ ਉਹ ਸਭ ਤੋਂ ਸੁੰਦਰ ਯਾਦਗਾਰ ਤਿਆਰ ਕਰਕੇ ਛੱਡ ਗਿਆ। ਪਰ ਇਹ ਯਾਦਗਾਰ ਮਾਰਕਸ ਇਕੱਲੇ ਦੀ ਨਹੀਂ ਸੀ, ਸਗੋਂ ਦੋਵਾਂ ਮਿੱਤਰਾਂ ਦੀ ਸਦੀਵੀ ਯਾਦਗਾਰ ਸੀ। ਅਜਿਹੇ ਕਾਰਜ ਇਤਿਹਾਸ ਦੀਆਂ ਸਦੀਵੀ ਪ੍ਰਾਪਤੀਆਂ ਹੁੰਦੇ ਹਨ। ਵਿਸ਼ਵ ਦੇ ਕਿਰਤੀ ਵਰਗ ਦੀ ਮੁਕਤੀ ਦਾ ਇਹ 3 ਜਿਲਦਾਂ ਵਾਲਾ ਗ੍ਰੰਥ ਇਹਨਾਂ ਦੋਵਾਂ ਚਿੰਤਕਾਂ ਦੀ ਸਭ ਤੋਂ ਵਡਮੁੱਲੀ ਦੇਣ ਸੀ। ਐਂਗਲਜ਼ ਦੀ ਮੌਤ ਉਹਨਾਂ ਦੇ ਲੰਡਨ ਵਾਲੇ ਘਰ ਵਿੱਚ 5 ਅਗਸਤ 1895 ਨੂੰ ਹੋਈ। 20ਵੀਂ ਸਦੀ ਦੇ ਆਰੰਭ ਹੋਣ ਤੋਂ ਪੂਰੇ 5 ਸਾਲ ਪਹਿਲਾਂ। ਐਂਗਲਜ਼ ਦੀ ਹਦਾਇਤ ਅਨੁਸਾਰ ਸਾਰੀਆਂ ਰਸਮਾਂ ਖਾਸ ਤੌਰ 'ਤੇ ਨਿੱਜੀ ਰੂਪ ਦੀਆਂ ਸਨ। ਮੌਤ ਸਮੇਂ ਕੇਵਲ ਚੋਣਵੇਂ ਨਿੱਜੀ ਦੋਸਤ, ਰਿਸ਼ਤੇਦਾਰ ਅਤੇ ਮਜ਼ਦੂਰ ਲਹਿਰ ਦੇ ਚੋਣਵੇਂ ਆਗੂ ਹੀ ਸੱਦੇ ਜਾਂਦੇ ਸਨ। ਇਹਨਾਂ ਦੀ ਗਿਣਤੀ 80 ਸੀ। ਇੱਕ ਛੋਟੀ ਜਿਹੀ ਰਸਮ ਹੁੰਦੀ ਹੈ, ਭਾਵੇਂ ਗਰਮੀਆਂ ਦੀ ਧੁੱਪ ਨਿੱਘ ਦੇਣ ਵਾਲੀ ਸੀ, ਪਰ ਵਾਤਾਵਰਨ ਸੋਗਮਈ ਸੀ। ਐਂਗਲਜ਼ ਦੀ ਰਾਏ ਅਨੁਸਾਰ ਦੇਹ ਦਾ ਬਿਜਲੀ ਰਾਹੀਂ ਸੰਸਕਾਰ ਕਰਕੇ ਰਾਖ ਨੂੰ ਦੱਸੇ ਗਏ ਸਥਾਨ 'ਤੇ ਜਾ ਕੇ ਸਮੁੰਦਰ ਦੇ ਪਾਣੀ ਦੇ ਹਵਾਲੇ ਕਰ ਦੇਣਾ ਸੀ।
ਸੰਸਕਾਰ ਵਾਲੇ ਦਿਨ 1000 ਦੇ ਕਰੀਬ ਸੋਗੀ ਮਿੱਤਰ ਤੇ ਵਰਕਰ ਹਾਜ਼ਰ ਸਨ, ਜਿਨ੍ਹਾਂ ਵਿੱਚੋਂ ਵਧੇਰੇ ਰੂਸੀ ਯਹੂਦੀ ਸਨ। ਐਂਗਲਜ਼ ਦੀ ਮੌਤ ਦੀ ਖਬਰ 150 ਦੇ ਕਰੀਬ ਅਖਬਾਰਾਂ ਵਿੱਚ ਛਪਦੀ ਹੈ ਤੇ ਸਾਰੇ ਵਿਸ਼ਵ ਤੋਂ ਸੋਗ ਦੇ ਸੁਨੇਹੇ ਪਹੁੰਚਦੇ ਹਨ। ਪਰ ਐਂਗਲਜ਼ ਦੀ ਹਦਾਇਤ ਸੀ ਕਿ ਮੇਰੀ ਕੋਈ ਸਮਾਧੀ ਜਾਂ ਯਾਦਗਾਰ ਨਾ ਉਸਾਰੀ ਜਾਵੇ ਤੇ ਮੇਰੇ ਸਰੀਰ ਨੂੰ ਅਗਨੀ ਹਵਾਲੇ ਕਰਕੇ ਰਾਖ ਨੂੰ ਦੱਸੀ ਥਾਂ ਤੇ ਸਮੁੰਦਰ ਦੇ ਪਾਣੀਆਂ ਹਵਾਲੇ ਕਰ ਦਿੱਤਾ ਜਾਵੇ। ਇੰਜ ਹੀ ਕੀਤਾ ਗਿਆ। ਮਹਾਨ ਮਨੁੱਖ ਦੀ ਨਿਰਮਾਣਤਾ ਵੀ ਵੇਖਣ ਵਾਲੀ ਸੀ। ਕਾਰਲ ਮਾਰਕਸ ਦਾ ਸੰਗੀ ਸਾਥੀ, ਮਜ਼ਦੂਰ ਵਰਗ ਦਾ ਸਿਰਕੱਢ, ਸਿਧਾਂਤਕਾਰ ਤੇ ਮਹਾਨ ਮਨੁੱਖ ਚਲਾਣਾ ਕਰ ਗਿਆ ਸੀ। ਹਾਂ, ਪ੍ਰਦੀਪ ਦਾ ਕੰਮ ਬੜੀ ਗੌਰ ਨਾਲ ਦੇਖਿਆ ਜਾ ਰਿਹਾ ਹੈ। ਉਮੀਦ ਉੱਤੇ ਖਰਾ ਉਤਰਿਆ ਹੈ ਇਹ ਨੌਜਵਾਨ। ਖੁਸ਼ ਕੀਤਾ ਹੈ ਪਿਆਰੇ। ਮਜ਼ਦੂਰ ਜਮਾਤ ਦੇ ਮਹਾਨ ਅਧਿਆਪਕ ਅਤੇ ਆਗੂ ਦੀ ਤਸਵੀਰ ਆਪਣੇ ਘਰ ਦੀ ਕੰਧ ਉੱਤੇ ਅੱਜ ਤੋਂ ਸੁਸ਼ੋਭਿਤ ਹੈ। ਵੀਡੀਓ ਲਾਈਕ ਸ਼ੇਅਰ ਕਰਿਓ ਸਾਥੀਓ, ਅਤੇ ਜੇਕਰ ਪਹਿਲੀ ਵਾਰ ਵੀਡੀਓ ਦੇਖਣ ਵਾਲੇ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਫਿਰ ਮਿਲਾਂਗੇ ਪਿਆਰਿਓ।